ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਇਸ ਆਨਲਾਈਨ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਰੋਜ਼ ਰੱਬੀ ਗੁਣਾਂ ਦੀਆਂ ਗੱਲਾਂ ਕਰਨ ਦਾ ਸਮਾਂ ਮਿਲਦਾ ਹੈ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਜੋ ਸ਼ਬਦ ਔਖੇ ਹਨ, ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹੁੰਦੇ ਹਨ, ਉਹਨਾਂ ਦੀ ਵਿਚਾਰ ਕਰ ਰਹੇ ਹਾਂ। ਅੱਜ ਵੀ ਸਾਡੇ ਕੋਲ ਵੀਰ ਨਛੱਤਰ ਸਿੰਘ ਜੀ ਹਾਜ਼ਰ ਹਨ ਹੁਸ਼ਿਆਰਪੁਰ ਤੋਂ। ਅੱਜ ਉਹਨਾਂ ਦਾ ਸ਼ਬਦ ਹੈ ਲੱਖ 84 ਜੀ ਰੌਣ ਮੈਂ ਪਰਮਤ ਆਨੰਦ ਬੁਥਾਕੋ ਰੇ। ਇਹ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 338 339 ਤੇ ਭਗਤ ਕਬੀਰ ਜੀ ਦੇ ਇਹ ਵਚਨ ਸੁਸ਼ੋਭਿਤ ਹਨ। ਤਾਂ ਮੈਂ ਵੀਰ ਨਛੱਤਰ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਸ਼ਬਦ ਵਿਚਾਰ ਆਰੰਭ ਕਰਨ। ਵੀਰ ਨਛੱਤਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਗੌੜੀ ਲੱਖ 84 ਜੀ ਜੋਨ ਮੈਂ ਭਰਮਤ ਨੰਦ ਬਹੁ ਠਾਕੁ ਰੇ। ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪਰੋ ਕੋਰੇ। ਤੁਮ ਜੋ ਕਹਿਤ ਹਉ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ। ਧਰਨ ਆਕਾਸ਼ ਦਸੋ ਦਿਸ ਨਾਹੀ ਤਬ ਏ ਨੰਦ ਕਹਾਂ ਥੋਰੇ। ਰਹਾਉ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ ਜਾਕੇ ਮਾਈ ਨਾ ਬਾਪੋ ਰੇ। ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ ਜਾਕੇ ਮਾਈ ਨਾ ਬਾਪੋ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਆਨਲਾਈਨ ਕਲਾਸ ਵਿੱਚ ਸਮੂਹ ਜੁੜੇ ਗੁਰੂ ਪਿਆਰੇ ਸਤਸੰਗੀ ਜਨੋ, ਅੱਜ ਦਾ ਜੋ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ 338 339 ਪਾਵਨ ਅੰਗ ਦੇ ਉੱਤੇ ਸੁਸ਼ੋਭਿਤ ਹੈ। ਭਗਤ ਕਬੀਰ ਜੀ ਇਸ ਪਾਵਨ ਬਚਨ ਦੇ ਅੰਦਰ ਉਹਨਾਂ ਲੋਕਾਂ ਦੀ ਜੋ ਇੱਕ ਮਨੌਤ ਸੀ, ਜੋ ਉਹਨਾਂ ਦੇ ਮਿਥਿਹਾਸ ਦੇ ਵਿੱਚ ਇੱਕ ਗੱਲ ਮਿਲਦੀ ਹੈ ਵੀ ਸ਼੍ਰੀ ਕ੍ਰਿਸ਼ਨ ਜੋ ਨੇ ਉਹ ਨੰਦ ਦੇ ਘਰ ਪਲੇ ਨੇ ਤੇ ਉਹਨਾਂ ਨੂੰ ਨੰਦ ਦਾ ਪੁੱਤਰ ਜਿਹੜਾ ਸੀ ਉਹ ਆਖਿਆ ਗਿਆ। ਇੱਕ ਵਾਰ ਪਹਿਲਾਂ ਆਪਾਂ ਅੱਖਰੀ ਅਰਥ ਇਸ ਪਾਵਨ ਬਚਨ ਦੇ ਕਰ ਲਈਏ, ਉਸ ਤੋਂ ਬਾਅਦ ਜੋ ਭਗਤ ਕਬੀਰ ਜੀ ਨੇ ਇਸ ਦੇ ਅੰਦਰ ਡੂੰਘੀ ਗੱਲ ਸਾਡੇ ਸਨਮੁਖ ਰੱਖੀ ਹੈ ਤੇ ਜੋ ਸਿਧਾਂਤ ਸਾਡੇ ਸਨਮੁਖ ਭਗਤ ਕਬੀਰ ਜੀ ਨੇ ਬਖਸ਼ਿਸ਼ ਕੀਤਾ ਹੈ, ਤਾਂ ਜੋ ਉਸ ਦਾ ਸਾਨੂੰ ਪਤਾ ਲੱਗ ਸਕੇ। ਭਗਤ ਕਬੀਰ ਜੀ ਆਖਦੇ ਨੇ ਲੱਖ 84 ਜੀ ਜੋਨ ਮੈਂ ਭਰਮਤ ਨੰਦ ਬਹੁ ਠਾਕੁ ਰੇ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਭਾਈ
ਤੁਸੀਂ ਆਖਦੇ ਹੋ ਕਿ 84 ਲੱਖ ਜੂਨਾਂ ਦੇ ਵਿੱਚੋਂ ਭਟਕਦਿਆਂ ਹੋਇਆਂ ਨੰਦ ਬਹੁਤ ਥੱਕ ਗਿਆ ਤੇ ਉਸਨੇ ਮਨੁੱਖਾ ਜਨਮ ਮਿਲਿਆ ਤੇ ਉਸਨੇ ਪਰਮਾਤਮਾ ਦੀ ਭਗਤੀ ਕੀਤੀ। ਪਰਤ ਕੇ ਭਗਤ ਹੇਤ ਉਸ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਭਗਤ ਹੇਤ ਅਵਤਾਰ ਲਿਓ ਹੈ, ਭਾਗ ਬਡੋ ਬਪਰੋ ਕੋਰੇ। ਕਿ ਉਸ ਪਰਮਾਤਮਾ ਨੇ ਪ੍ਰਸੰਨ ਹੋ ਕੇ ਉਹਦੇ ਘਰ ਦੇ ਵਿੱਚ ਜਨਮ ਲਿਆ। ਉਸ ਨੰਦ ਦੀ ਬੜੀ ਕਿਸਮਤ ਜਾਗੀ। ਭਾਗ ਬਡੋ ਬਪਰੋ ਕੋਰੇ। ਰਹਾਉ ਦੇ ਬੰਦ ਵਿੱਚ ਭਗਤ ਕਬੀਰ ਜੀ ਫਿਰ ਇੱਕ ਸਵਾਲ ਰੱਖਦੇ ਨੇ। ਕਹਿੰਦੇ ਨੇ ਵੀ ਜੇਕਰ ਉਸ ਨੰਦ ਦੇ ਘਰ ਪਰਮੇਸ਼ਰ ਪੈਦਾ ਹੋਇਆ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਹਾਂ ਕੋਰੇ। ਕਹਿਣ ਲੱਗੇ ਵੀ ਜੇਕਰ ਤੁਸੀਂ ਕਹਿੰਦੇ ਹੋ, ਕਿਉਂਕਿ ਇਹ ਦੂਸਰੀ ਮੱਤ ਦਾ ਸਿਧਾਂਤ ਹੈ, ਉਹ ਆਪਣੇ ਧਰਮ ਦੇ ਅੰਦਰ ਇਹ ਮੰਨਦੇ ਨੇ। ਤੇ ਭਗਤ ਕਬੀਰ ਜੀ ਫਿਰ ਉਹਨਾਂ ਨੂੰ ਸਵਾਲ ਕਰਦੇ ਨੇ, ਤੁਮ ਜੋ ਕਹਿਤ, ਵੀ ਜੋ ਤੁਸੀਂ ਕਹਿੰਦੇ ਹੋ ਨੰਦ ਕੋ ਨੰਦਨ, ਨੰਦਨ ਦਾ ਅਰਥ ਹੁੰਦਾ ਪੁੱਤਰ, ਵੀ ਨੰਦ ਦਾ ਪੁੱਤਰ ਜਿਹੜਾ ਸੀਗਾ ਉਹ ਕ੍ਰਿਸ਼ਨ ਸੀਗਾ। ਤੇ ਮੈਨੂੰ ਇਹ ਦੱਸੋ ਵੀ ਨੰਦ ਦਾ ਜਿਹੜਾ ਅੱਗੇ ਪੁੱਤ ਜਿਹੜਾ ਸੀਗਾ ਉਹ ਕੌਣ ਸੀ? ਨੰਦ ਦਾ ਜਿਹੜਾ ਪਿਤਾ ਜਿਹੜਾ ਸੀ ਉਹ ਕੌਣ ਸੀ? ਭਗਤ ਕਬੀਰ ਜੀ ਕਹਿੰਦੇ ਨੇ, ਹੇ ਭਾਈ, ਤੁਸੀਂ ਆਖਦੇ ਹੋ ਕਿ ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤਰ ਬਣਿਆ। ਇਹ ਦੱਸੋ ਕਿ ਉਹ ਨੰਦ ਜਿਹੜਾ ਹੈ ਉਹ ਕਿਸ ਦਾ ਪੁੱਤਰ ਸੀ, ਭਾਵ ਉਹਦਾ ਪਿਤਾ ਜਿਹੜਾ ਕੌਣ ਸੀਗਾ? ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਕਹਿਣ ਲੱਗੇ ਵੀ ਜਦੋਂ ਇਹ ਧਰਤ ਆਕਾਸ਼ ਕੁਝ ਵੀ ਨਹੀਂ ਸੀ ਤੇ ਉਸ ਵਕਤ ਜਿਹੜਾ ਇਹ ਨੰਦ ਕਿੱਥੇ ਬੈਠਾ ਹੋਇਆ ਸੀ? ਫਿਰ ਅੱਗੇ ਭਗਤ ਕਬੀਰ ਜੀ ਸਿਧਾਂਤ ਦਿੰਦੇ ਨੇ, ਗੁਰਮਤਿ ਦਾ ਸਿਧਾਂਤ। ਕਹਿੰਦੇ ਨੇ, ਸੰਕਟ ਨਹੀਂ ਪਰੈ, ਉਹ ਪਰਮੇਸ਼ਰ ਦੁੱਖ ਦੇ ਵਿੱਚ ਨਹੀਂ ਪੈਂਦਾ। ਜੂਨ ਨਹੀਂ ਆਵੈ, ਜੂਨਾਂ ਦੇ ਵਿੱਚ ਨਹੀਂ ਆਉਂਦਾ, ਜੂਨਾਂ ਦੇ ਦੁੱਖ ਦੇ ਵਿੱਚ ਨਹੀਂ ਪੈਂਦਾ। ਨਾਮ ਨਿਰੰਜਨ ਜਾਕੋ ਰੇ, ਉਹਦਾ ਪਰਮੇਸ਼ਰ ਜਿਹੜਾ ਹੈ ਨਾਮ ਨਿਰੰਜਨ ਭਾਵ ਕਾਲਕ ਰਹਿਤ, ਵਿਕਾਰਾਂ ਤੋਂ ਰਹਿਤ ਹੈ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋ ਰੇ। ਭਗਤ ਕਬੀਰ ਜੀ ਕਹਿੰਦੇ ਨੇ, ਮੇਰਾ ਪਰਮੇਸ਼ਰ, ਮੇਰਾ ਸੁਆਮੀ ਇਹੋ ਜਿਹਾ ਹੈ ਜਿਸ ਦਾ ਨਾ ਕੋਈ ਬਾਪ ਹੈ ਤੇ ਨਾ ਹੀ ਮਾਂ ਹੈ, ਕਿਉਂਕਿ ਉਹ ਪਰਮੇਸ਼ਰ ਸਹਿ ਭੰਗ ਹੈ। ਉਹਦਾ ਪਰਮੇਸ਼ਰ ਦਾ ਪ੍ਰਕਾਸ਼ ਜਿਹੜਾ ਹੈ ਉਹ ਆਪਣੇ ਆਪ ਤੋਂ ਹੈ। ਹੁਣ ਭਗਤ ਕਬੀਰ ਜੀ ਜੋ ਕਹਿੰਦੇ ਨੇ ਬਈ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਹਾ ਕੋਰੇ, ਵੀ ਉਸ ਨੰਦ ਦੇ ਘਰ ਕ੍ਰਿਸ਼ਨ ਪੈਦਾ ਹੋਇਆ। ਇਹ ਉਹਨਾਂ ਦੀ ਜੋ ਜੀਵਨ ਦੀ ਕਹਾਣੀ ਹੈ, ਉਹਨਾਂ ਦੇ ਇਤਿਹਾਸ ਦੀ ਕਹਾਣੀ ਹੈ। ਆਪਾਂ ਥੋੜੀ ਜਿਹੀ ਉਹਦੇ ਉੱਤੇ ਝਾਤ ਮਾਰ ਲਈਏ ਕਿ ਕ੍ਰਿਸ਼ਨ ਨੰਦ ਦਾ ਪੁੱਤਰ ਕਿਵੇਂ ਹੋਇਆ। ਰਾਜਾ ਉਗਰਸੈਨ ਹੋਇਆ, ਉਹਦੇ ਭਰਾ ਦੇਵਕ ਦੀ ਜਿਹੜੀ ਪੁੱਤਰੀ ਸੀ, ਜਿਹੜੀ ਉਹਨੇ ਆਪ ਆਪਣੇ ਕੋਲੋਂ ਪਾਲੀ ਹੋਈ ਸੀਗੀ। ਜਦੋਂ ਉਸ ਦੇਵਕੀ ਦਾ ਵਿਆਹ ਵਾਸੂਦੇਵ ਦੇ ਨਾਲ ਹੋਇਆ ਤੇ ਵਾਸੂਦੇਵ ਤੇ ਦੇਵਕੀ ਜਦੋਂ ਵਿਆਹ ਕੇ ਜਾ ਰਹੇ ਸਨ ਤੇ ਕੰਸ ਜਿਹੜਾ ਦੇਵਕੀ ਦਾ ਭਰਾ ਸੀਗਾ, ਉਹਨੂੰ ਬੜਾ ਸਨੇਹ ਕਰਨ ਵਾਲਾ ਸੀ, ਉਹ ਰਥਵਾਨ ਬਣ ਕੇ ਤੇ ਉਹਨੂੰ ਜਾ ਰਿਹਾ ਹੈ ਛੱਡਣ ਵਾਸਤੇ। ਉਹਨਾਂ ਦੇ ਧਰਮ ਗ੍ਰੰਥ ਹੀ ਇਹ ਗੱਲ ਲਿਖਦੇ ਨੇ, ਦੱਸਦੇ ਨੇ ਕਿ ਉਸ ਵਕਤ ਉਹਨਾਂ ਨੂੰ ਆਕਾਸ਼ਬਾਣੀ ਹੋਈ ਵੀ ਇਸ ਦੇਵਕੀ ਦੇ ਉਦਰ ਦੇ ਵਿੱਚੋਂ ਜਿਹੜਾ 8ਵਾਂ ਪੁੱਤਰ ਹੋਵੇਗਾ, ਉਹ 8ਵਾਂ ਪੁੱਤਰ ਕੰਸ ਦੀ ਖਾਤਮੇ ਦਾ ਕਾਰਨ ਜਿਹੜਾ ਹੈ ਉਹ ਬਣੇਗਾ। ਕਹਿੰਦੇ ਨੇ ਵੀ ਉਸ ਵਕਤ ਕੰਸ ਨੇ ਆਪਣੀ ਤਲਵਾਰ ਕੱਢ ਕੇ ਤੇ ਦੇਵਕੀ ਨੂੰ ਖਤਮ ਕਰਨ ਦਾ ਯਤਨ ਕੀਤਾ, ਪਰ ਵਾਸੂਦੇਵ ਨੇ ਉਹਦੀ ਮਿੰਨਤ ਤਰਲੇ ਕਰਕੇ, ਉਹਦੇ ਅੱਗੇ ਬੇਨਤੀ ਕਰਕੇ ਉਹਦੀ ਜਾਨ ਬਖਸ਼ੀ ਕਰ ਲਈ। ਤੇ ਪਰਤ ਕੇ ਕੰਸ ਨੇ ਜਿਹੜਾ ਸੀਗਾ ਆਪਣੀ ਭੈਣ ਤੇ ਵਾਸੂਦੇਵ ਨੂੰ ਜਿਹੜਾ ਸੀ ਉਹ ਕਾਰਾਗਾਰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ। ਇਹ ਉਹਨਾਂ ਦਾ ਇਤਿਹਾਸ ਦੱਸਦਾ ਵੀ ਉਹਨਾਂ ਦੇ ਉਦਰ ਦੇ ਵਿੱਚੋਂ, ਦੇਵਕੀ ਦੇ ਉਦਰ ਦੇ ਵਿੱਚੋਂ
6 ਪੁੱਤਰ ਜਿਹੜੇ ਪੈਦਾ ਹੋਏ ਪਹਿਲੇ, ਉਹਨਾਂ ਨੂੰ ਜਿਹੜਾ ਸੀ ਕੰਸ਼ ਨੇ ਮਾਰ ਦਿੱਤਾ ਗਿਆ। 7ਵਾਂ ਪੁੱਤਰ ਬਲਰਾਜ ਉਹ ਰੋਨੀ ਦੇ ਘਰ ਚਲਾ ਗਿਆ, ਉਹਦੇ ਉਦਰ ਦੇ ਵਿੱਚੋਂ ਜਨਮ ਲਿਆ। ਤੇ ਜਿਹੜਾ 8ਵਾਂ ਪੁੱਤਰ ਪੈਦਾ ਹੋਇਆ, ਤੇ ਉਸ ਵਕਤ 8ਵੇਂ ਪੁੱਤਰ ਰਾਤ ਦੇ ਵਕਤ ਜਦੋਂ ਉਹਦਾ ਜਨਮ ਹੋਇਆ ਤੇ ਵਾਸੂਦੇਵ ਜਮਨਾ ਪਾਰ ਕਰਕੇ ਉਸ ਨੂੰ ਗੋਕਲ ਦੇ ਨੰਦ ਗੋਪਾਲ ਦੇ ਘਰ ਜਿਹੜਾ ਸੀ ਉਹ ਛੱਡ ਆਇਆ। ਤੇ ਉਸ ਨੰਦ ਦੀ ਜਿਹੜੀ ਪਤਨੀ ਯਸ਼ੋਦਾ ਸੀ, ਯਸ਼ੋਦਾ ਦੇ ਘਰ ਵੀ ਉਸ ਵਕਤ ਇੱਕ ਧੀ ਪੈਦਾ ਹੋਈ ਤੇ ਉਸ ਧੀ ਨੂੰ, ਉਸ ਬੱਚੀ ਨੂੰ ਲਿਆ ਕਰਕੇ ਦੇਵਕੀ ਦੇ ਗੋਦ ਦੇ ਵਿੱਚ ਰੱਖ ਦਿੱਤਾ। ਕੰਸ਼ ਨੇ ਉਸ ਬੱਚੀ ਨੂੰ ਤੇ ਮਾਰ ਦਿੱਤਾ, ਪਰੰਤੂ ਉਹ ਜਿਹੜਾ ਪੁੱਤਰ ਪੈਦਾ ਹੋਇਆ ਸੀ ਦੇਵਕੀ ਦੇ, ਉਹ ਨੰਦ ਦੇ ਘਰ ਤੇ ਯਸ਼ੋਦਾ ਦੇ ਘਰ ਉਹ ਪਲਣ ਲੱਗ ਪਿਆ। ਤੇ ਜਦੋਂ ਵੱਡਾ ਹੋਇਆ ਤੇ ਫਿਰ ਇਸ ਕਰਕੇ ਉਸ ਨੂੰ ਨੰਦ ਦਾ ਪੁੱਤਰ ਜਿਹੜਾ ਸੀ ਉਹ ਕਹਿਲਾ ਜਾਣ ਲੱਗ ਪਿਆ ਵੀ ਇਹ ਨੰਦ ਦਾ ਪੁੱਤਰ ਹੈ। ਇਹ ਉਹਨਾਂ ਦੀ ਕਹਾਣੀ ਹੈ। ਤੇ ਉਹ ਆਖਦੇ ਨੇ ਵੀ ਇਸ ਤਰ੍ਹਾਂ ਵੀ ਨੰਦ ਦੇ ਚੰਗੀ ਕਿਸਮਤ ਭਾਵ ਵੱਡੇ ਭਾਗ ਸਨ, ਜਿਹਦੇ ਕਾਰਨ ਫਿਰ ਉਹਦੇ ਘਰ ਦੇ ਵਿੱਚ ਜਿਹੜਾ ਸੀ ਉਹ ਕ੍ਰਿਸ਼ਨ ਭਾਵ ਅਵਤਾਰ ਰੱਬ ਜਿਹੜਾ ਸੀਗਾ ਉਹ ਪੈਦਾ ਹੋਇਆ। ਉਹਦੇ ਬੜੇ ਵੱਡੇ ਭਾਗ ਸਨ। ਹੁਣ ਬਾਬਾ ਕਬੀਰ ਜੀ ਜਿਹੜਾ ਨੇ ਉਹ ਇੱਥੇ ਸਾਡੇ ਸਨਮੁਖ ਉਹਨਾਂ ਦੀ ਗੱਲ ਜਿਹੜੀ ਹੈ ਉਹ ਰੱਖਦੇ ਨੇ ਬਈ ਜੇ ਤੁਸੀਂ ਕਹਿੰਦੇ ਹੋਵੋ ਬਈ ਕ੍ਰਿਸ਼ਨ ਭਗਵਾਨ ਜਿਹੜਾ ਹੈ ਉਹ ਨੰਦ ਦੇ ਘਰ ਪੈਦਾ ਹੋਇਆ, ਤੇ ਫਿਰ ਮੈਨੂੰ ਇਹ ਦੱਸੋ ਵੀ ਧਰਨ ਆਕਾਸ਼ ਦੱਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਵੀ ਜਦੋਂ ਇਹ ਆਕਾਸ਼ ਧਰਤੀ ਦਸੇ ਦਿਸ਼ਾਵਾਂ ਨਹੀਂ ਸਨ, ਇਹ ਉਸ ਵਕਤ ਕ੍ਰਿਸ਼ਨ ਦਾ ਪਿਤਾ ਨੰਦ ਜਿਹੜਾ ਸੀ ਉਹ ਕਿੱਥੇ ਸੀਗਾ, ਉਹ ਕਦੋਂ ਕਿੱਥੇ ਨਿਵਾਸ ਕਰਦਾ ਸੀਗਾ। ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਸੀਗਾ ਵੀ ਪਰਮੇਸ਼ਰ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਕਿਸੇ ਦੇ ਉਦਰ ਦੇ ਵਿੱਚੋਂ ਪੈਦਾ ਨਹੀਂ ਹੁੰਦਾ। ਤੇ ਉਹ ਪਰਮੇਸ਼ਰ ਜਿਹੜਾ ਹੈ ਉਹ ਪਹਿਲਾਂ ਵੀ ਸੀਗਾ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਜਿਹਨੂੰ ਸਤਿਗੁਰੂ ਮਹਾਰਾਜ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਬਈ ਅਰਬਦ ਨਰਬਦ ਧੰਦੂ ਕਾਰਾ, ਧਰਨ ਨ ਗਗਨ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਇੰਦਾ। ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅਰਬਦ ਅਰਬਾਂ ਸਾਲ, ਨਰਬਦ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਨਰ ਅਬਰਦ ਭਾਵ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਧੰਦੂਕਾਰ ਹੀ ਇਸ ਸੰਸਾਰ ਦੇ ਚਾਰੇ ਪਾਸੇ ਸੀਗਾ। ਉਸ ਵਕਤ ਨਾ ਧਰਤੀ ਸੀ, ਨਾ ਉਸ ਵਕਤ ਆਕਾਸ਼ ਸੀਗਾ, ਨਾ ਉਸ ਵਕਤ ਦਿਨ ਸੀ, ਨਾ ਉਸ ਵਕਤ ਰਾਤ ਸੀ, ਨਾ ਚੰਦ ਸੀ ਤੇ ਨਾ ਸੂਰਜ ਸੀ। ਕਿਉਂਕਿ ਸੂਰਜ ਤੇ ਚੰਦਰਮਾ ਦੇ ਨਾਲ ਹੀ ਦਿਨ ਤੇ ਰਾਤ ਜਿਹੜੇ ਨੇ ਉਹ ਪੈਦਾ ਹੁੰਦੇ ਨੇ, ਉਹ ਬਣਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਸ ਵਕਤ ਵੀ ਪਰਮੇਸ਼ਰ ਜਿਹੜਾ ਸੀ ਉਹ ਸੁੰਨ ਦੀ ਅਵਸਥਾ ਦੇ ਵਿੱਚ ਸੀ, ਭਾਵ ਜਦੋਂ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸੀਗਾ, ਉਸ ਵਕਤ ਵੀ ਪਰਮੇਸ਼ਰ ਜਿਹੜਾ ਸੀਗਾ ਉਹ ਵਸਦਾ ਸੀਗਾ। ਨਾਲ ਸਤਿਗੁਰੂ ਮਹਾਰਾਜ ਇਸੇ ਪਾਵਨ ਬਚਨ ਦੇ ਵਿੱਚ ਕਹਿੰਦੇ ਨੇ ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਇੰਦਾ। ਨਾ ਉਸ ਵਕਤ ਜੀਵਾਂ ਦੇ ਪੈਦਾ ਹੋਣ ਵਾਲੀਆਂ ਖਾਣੀਆਂ ਸਨ, ਨਾ ਬਾਣੀਆਂ ਸਨ, ਨਾ ਉਸ ਵਕਤ ਹਵਾ ਸੀ, ਨਾ ਪਾਣੀ ਸੀ, ਨਾ ਉਸ ਵਕਤ ਉਪਤ ਖਪਤ ਨਾ ਆਵਣ ਜਾਣੀ, ਨਾ ਪੈਦਾ ਹੁੰਦੇ ਸਨ ਨਾ ਮਰਦੇ ਸਨ, ਨਾ ਆਉਣਾ ਜਾਣਾ ਸੀ, ਨਾ ਖੰਡ ਸਨ ਨਾ ਪਤਾਲ ਸਨ, ਨਾ ਸਪਤ ਸਨ, ਨਾ ਨਦੀ ਸੀ, ਨਾ ਸਾਗਰ ਸੀ, ਕੁਝ ਵੀ ਨਹੀਂ ਸੀਗਾ, ਪਾਣੀ ਵੀ ਨਹੀਂ ਸੀਗਾ। ਇਸੇ ਹੀ ਪਾਵਨ ਬਚਨ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਸਭ ਕੁਝ ਗਿਣ ਕੇ ਉੱਥੇ ਇਹ ਵੀ ਜ਼ਿਕਰ ਕੀਤਾ ਹੈ ਵੀ ਉਸ ਵਕਤ ਨਾ ਤੇ ਕੋਈ ਗੋਪੀ ਸੀ, ਨਾ ਕਾਨ, ਨਾ ਭਾਵ ਕ੍ਰਿਸ਼ਨ ਸੀ, ਨਾ ਸੁਚ ਸੰਜਮ। ਇਸੇ ਪਾਵਨ ਬਚਨ ਦੇ 7ਵੇਂ ਬੰਦ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗਵਾਲਾ, ਤੰਤ ਮੰਤ ਪਖੰਡ ਨਾ ਕੋਈ, ਨਾ ਕੋ ਵੰਸ ਵਜਾਇੰਦਾ। ਕੁਝ ਵੀ ਨਹੀਂ ਸੀਗਾ, ਨਾ ਗੋਪੀ ਸੀਆਂ ਸਨ, ਨਾ ਕ੍ਰਿਸ਼ਨ ਸੀਗਾ, ਨਾ ਉਹਨਾਂ ਦੀਆਂ ਗਾਵਾਂ ਸਨ, ਨਾ ਉਹਨਾਂ ਨੂੰ ਗਾਵਾਂ ਨੂੰ ਚਾਰਨ ਵਾਲਾ ਸੀ, ਭਾਵ ਕੁਝ ਵੀ ਨਹੀਂ ਸੀਗਾ। ਜਦੋਂ ਕੁਝ ਵੀ ਨਹੀਂ ਸੀਗਾ ਤੇ ਉਸ ਵਕਤ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਸੁੰਨ ਦੀ ਅਵਸਥਾ ਦੇ ਵਿੱਚ, ਭਾਵ ਉਹ ਉਸ ਵਕਤ ਵੀ ਮੌਜੂਦ ਸੀਗਾ। ਤੇ ਸਤਿਗੁਰੂ ਮਹਾਰਾਜ ਮਾਰੂ ਰਾਗ ਦੇ ਅੰਦਰ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ
ਵੀ ਕੀਤੇ ਯੁੱਗ ਵਰਤੇ ਗੁਬਾਰੀ। ਕਈ ਯੁੱਗ ਜਿਹੜੇ ਸਨ ਉਹ ਇਸੇ ਤਰ੍ਹਾਂ ਯੁੱਗ ਵਰਤਦੇ ਰਹੇ, ਭਾਵ ਧੰਦੂ ਕਾਰੇ ਦੇ ਵਿੱਚ ਇਹ ਚੱਲਦੇ ਗਏ। ਤਾੜੀ ਲਾਈ ਅਪਰ ਅਪਾਰੇ, ਉਸ ਵਕਤ ਵੀ ਉਹ ਪਰਮੇਸ਼ਰ ਜਿਹੜਾ ਸੀਗਾ ਉਹ ਸੀਗਾ। ਧੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਉਸ ਵਕਤ ਧੰਦੂਕਾਰਾ ਸੀ। ਤੇ ਇਸ ਤਰ੍ਹਾਂ ਚੱਲਦਿਆਂ ਹੋਇਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਯੁੱਗ ਛਤੀ ਤਿਨੇ ਵਰਤਾਏ, ਜਿਉ ਤਿਸ ਭਾਣਾ ਤਿਵੇਂ ਚਲਾਏ। ਤਿਸੇ ਸ਼ਰੀਕ ਨਾ ਦਿਸੇ ਕੋਈ, ਆਪੇ ਅਪਰ ਅਪਾਰਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਯੁੱਗ ਛਤੀ, 36 ਯੁੱਗ ਤਿੰਨੇ ਵਰਤਾਏ, ਇਸ ਤਰ੍ਹਾਂ ਵਰਤ ਗਏ। ਜਿਉ ਤਿਸ ਭਾਣਾ, ਜਿਵੇਂ ਉਸਦਾ ਭਾਣਾ ਸੀ ਤਿਵੇਂ ਉਹ ਚਲਾ ਰਿਹਾ ਸੀ। ਕਿਸੇ ਸ਼ਰੀਕ ਨਾ ਦਿਸੇ ਕੋਈ, ਉਹਦੇ ਬਰਾਬਰ ਦਾ, ਸ਼ਰੀਕ ਦਾ ਮਤਲਬ ਬਰਾਬਰ ਦਾ ਕੋਈ ਵੀ ਦਿਸਦਾ ਨਹੀਂ ਸੀ। ਆਪੇ ਅਪਰ ਅਪਾਰਾ ਸੀ, ਉਹੀ ਪਰਮੇਸ਼ਰ ਆਪਣਾ ਆਪ ਸੀਗਾ। ਉਸ ਵਕਤ ਹੋਰ ਕੁਝ ਵੀ ਜਿਹੜਾ ਸੀ ਉਹ ਨਹੀਂ ਸੀਗਾ। ਤੇ ਸਤਿਗੁਰੂ ਮਹਾਰਾਜ ਜੀਵ ਨੂੰ ਸਮਝਾਉਣਾ ਕਰਦੇ ਨੇ ਕਿ ਇਹ ਜੀਵ ਸੰਸਾਰ ਦੇ ਅੰਦਰ ਉਹ ਪਰਮੇਸ਼ਰ ਜਿਹੜਾ ਹੈ ਉਹ ਪਹਿਲਾਂ ਵੀ ਸੀ, ਜਿਹਨੂੰ ਸਤਿਗੁਰੂ ਮਹਾਰਾਜ ਸੌਖੇ ਢੰਗ ਦੇ ਨਾਲ ਸਾਨੂੰ ਸਮਝਾਉਣਾ ਕਰਦੇ ਨੇ। ਜਪਜੀ ਸਾਹਿਬ ਦੇ ਪਹਿਲੇ ਸ਼ਲੋਕ ਦੇ ਅੰਦਰ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿ ਉਹ ਪਰਮੇਸ਼ਰ ਜਿਹੜਾ ਸੀ ਆਦ ਦੇ ਵਿੱਚ ਵੀ ਸੀ, ਸ਼ੁਰੂ ਦੇ ਵਿੱਚ ਵੀ, ਜੁਗਾਦ ਭਾਵ ਯੁੱਗਾਂ ਦੇ ਵਿੱਚ ਵੀ ਸੀ, ਤੇ ਹੁਣ ਵੀ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਹੋਵੇਗਾ। ਜਦੋਂ ਕਾਇਨਾਤ ਕੁਝ ਵੀ ਨਹੀਂ ਹੋਵੇਗੀ, ਉਸ ਵਕਤ ਵੀ ਮਾਲਕ ਜਿਹੜਾ ਹੈ ਉਹ ਹੋਵੇਗਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਜਿਹੜੇ ਉਹ ਲੋਕ ਕਹਿੰਦੇ ਨੇ ਵੀ ਨੰਦ ਦੇ ਘਰ ਭਗਵਾਨ ਜਿਹੜਾ ਹੈ ਉਹ ਪੈਦਾ ਹੋਇਆ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਇਹ ਸਮਝਾਉਣਾ ਕਰਦੇ ਨੇ ਵੀ ਇਹ ਉਹਨਾਂ ਦੀ ਮਨੌਤ ਜਿਹੜੀ ਹੈ ਉਹ ਗਲਤ ਹੈ। ਭਗਤ ਕਬੀਰ ਜੀ ਇਸ ਪਾਵਨ ਬਚਨ ਦੇ ਆਰੰਭ ਵਾਲੇ ਬੰਦ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ, ਕਹਿੰਦੇ ਨੇ ਲੱਖ 84 ਜੀ ਜੋਨ ਮੈਂ ਭਰਮਤ, ਨੰਦ ਬਹੁ ਠਾਕੁਰੇ। ਸਤਿਗੁਰੂ ਮਹਾਰਾਜ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਲੱਖ 84 ਜੀਵ ਜਿਹੜੇ ਨੇ, ਲੱਖਾਂ ਜੂਨਾਂ ਜਿਹੜੀਆਂ ਕਿ ਸਨਾਤਨ ਮਤ ਦੇ ਵਿੱਚ ਮੰਨੀਆਂ ਗਈਆਂ। ਤੇ ਸਤਿਗੁਰੂ ਮਹਾਰਾਜ ਭਗਤ ਸਾਹਿਬਾਨਾਂ ਨੇ ਉਹਨਾਂ ਨੂੰ ਕੂੜ ਕਰਦਿਆਂ ਹੋਇਆਂ ਸਾਹਿਬ ਨੇ ਮਨੁੱਖ ਨੂੰ ਸਮਝਾਉਣਾ ਕੀਤਾ ਵੀ ਇਹ ਤੈਨੂੰ ਬੜਾ ਦੁਰਲਭ ਸਰੀਰ ਮਿਲਿਆ ਹੈ ਲੱਖਾਂ ਜੂਨਾਂ ਭੋਗਣ ਤੋਂ ਬਾਅਦ, ਤੇ ਫਿਰ ਇਸ ਸਰੀਰ ਦੇ ਰਾਹੀਂ ਹੀ ਤੂੰ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਮਿਲਾਪ ਹਾਸਲ ਕਰ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਲੱਖ 84 ਭਰਮਤਿਆਂ, ਦੁਰਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਲੱਖ 84 ਜੂਨਾਂ ਦੇ ਵਿੱਚ ਭਰਮਦਿਆਂ ਤੇ ਤੈਨੂੰ ਅਖੀਰ ਦੁਰਲਭ ਜਨਮ ਮਿਲਦਾ ਹੈ। ਤੇ ਇਸ ਦੁਰਲਭ ਜਨਮ ਨੂੰ ਤੂੰ ਸੰਭਾਲ ਕਰ, ਪਰਮੇਸ਼ਰ ਦੀ ਇਬਾਦਤ ਕਰ। ਤੇ ਪਰਮੇਸ਼ਰ ਦੀ ਇਬਾਦਤ ਕਰਦਿਆਂ ਉਸ ਪਰਮੇਸ਼ਰ ਦੇ ਨਾਲ, ਅਕਾਲ ਪੁਰਖ ਦੇ ਨਾਲ ਇੱਕਮਿਕ ਜਿਹੜਾ ਹੈ ਉਹ ਹੋ ਜਾਵੇ। ਕਿਉਂਕਿ ਇਸ ਸਰੀਰ ਦੇ ਵਿੱਚੋਂ ਨਿਕਲਣ ਦਾ ਫਿਰ ਉਹ ਸਮਾਂ ਆ ਜਾਂਦਾ ਹੈ ਜਦੋਂ ਮਨੁੱਖ ਦੀ ਉਮਰ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ। ਜੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਲੱਖ 84 ਜੋਨ ਭਰਮ ਆਇਓ, ਅਬ ਕੇ ਛੁੱਟ ਕੇ ਠੌਰ ਨਾ ਠਾਇਓ। ਸਤਿਗੁਰੂ ਮਹਾਰਾਜ ਨੇ ਬਾਰ-ਬਾਰ ਪਾਵਨ ਬਾਣੀ ਦੇ ਵਿੱਚ ਇਹ ਸਮਝਾਉਣਾ ਕੀਤਾ ਜੀਵ ਨੂੰ ਬਈ ਲੱਖ 84 ਜੋਨਾਂ ਦੇ ਵਿੱਚ ਤੂੰ ਘੁੰਮਣ ਤੋਂ ਬਾਅਦ ਤੈਨੂੰ ਇਹ ਸਰੀਰਕ ਜਾਮਾ ਜਿਹੜਾ ਹੈ ਪ੍ਰਾਪਤ ਹੋਇਆ ਹੈ। ਅਬ ਕੇ ਛੁੱਟ ਕੇ, ਜੇ ਹੁਣ ਤੇਰੇ ਇਸ ਸਰੀਰ ਦੇ ਵਿੱਚੋਂ ਰਹਿ ਕਰਕੇ ਤੂੰ ਉਸ ਜਨਮ ਮਰਨ ਦੇ ਵਿੱਚੋਂ ਛੁੱਟ ਸਕਦਾ ਹੈ ਤੇ ਤੈਨੂੰ ਇੱਕ ਪਰਮੇਸ਼ਰ ਦੇ ਨਾਲ ਮਿਲਣ ਦਾ ਮੁਕਾਮ ਜਿਹੜਾ ਹੈ ਉਹ ਹਾਸਲ ਹੋ ਸਕਦਾ ਹੈ, ਜਿਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਤੇਰਾ ਜਨਮ ਮਰਨਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਹੋਰ ਪਾਵਨ ਬਚਨ ਦੇ ਵਿੱਚ ਲੱਖ 84 ਜੋਨ ਫਿਰੈ, ਗੋਬਿੰਦ ਲੋਕ ਨਹੀਂ ਜਨਮ ਮਰੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜੀਵ ਲੱਖਾਂ ਜੂਨਾਂ ਦੇ ਵਿੱਚ ਘੁੰਮਦਾ ਹੈ ਤੇ ਘੁੰਮਣ ਤੋਂ ਬਾਅਦ ਅਖੀਰ
ਇਹਨੂੰ ਸਰੀਰਕ ਜਾਮਾ ਮਿਲਦਾ ਹੈ। ਤੇ ਜਿਹੜੇ ਜੀਵ ਭਾਵ ਗੋਬਿੰਦ ਲੋਕ ਪਰਮੇਸ਼ਰ ਦੇ ਸੇਵਕ ਜਿਹੜੇ ਨੇ, ਉਹ ਪਰਮੇਸ਼ਰ ਦੇ ਜਿਹੜੇ ਸੇਵਕ ਨੇ, ਫਿਰ ਉਹ ਜਨਮ ਮਰਨ ਤੋਂ ਆਪਣੀ ਛੁੱਟੀ ਕਰਵਾ ਲੈਂਦੇ ਨੇ। ਗੋਬਿੰਦ ਲੋਕ ਨਹੀਂ ਜਨਮ ਮਰੇ, ਉਹ ਫਿਰ ਜਨਮ ਤੇ ਮਰਨ ਦੇ ਵਿੱਚੋਂ ਨਿਕਲ ਜਾਂਦੇ ਨੇ, ਭਾਵ ਉਹਨਾਂ ਦਾ ਜਨਮ ਤੇ ਮਰਨਾ ਜਿਹੜਾ ਹੈ ਉਹ ਨਹੀਂ ਹੁੰਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜਨਮ ਮਰਨਾ ਤੇਰਾ ਤਾਈਓ ਕੱਟਿਆ ਜਾ ਸਕਦਾ ਹੈ ਜੇ ਤੂੰ ਇਸ ਦੇਹੀ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਦੀ ਇਬਾਦਤ ਕਰੇ। ਬਾਕੀ ਜੂਨਾਂ ਦੇ ਵਿੱਚ ਤੈਨੂੰ ਇਹ ਅਵਸਰ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ 1,84 ਜੀ ਜੋਨ ਮੈਂ ਭਰਮਤ ਨੰਦ ਬਹੁ ਥਾਕੋ ਰੇ। ਵੀ ਉਹ ਨੰਦ ਜਿਹੜਾ ਸੀ ਉਹ ਥੱਕ ਗਿਆ ਤੇ ਫਿਰ ਉਸ ਨੂੰ ਇਹ ਸਰੀਰਕ ਜਾਮਾ ਮਿਲਿਆ ਤੇ ਇਸ ਸਰੀਰਕ ਜਾਮੇ ਦੇ ਵਿੱਚੋਂ ਉਹਨੇ ਭਗਤੀ ਕੀਤੀ। ਭਗਤ ਹੇਤ ਅਵਤਾਰ ਲਿਓ ਹੈ। ਉਹਦੀ ਭਗਤੀ ਤੋਂ ਪ੍ਰਸੰਨ ਹੋ ਕੇ ਉਸ ਪਰਮੇਸ਼ਰ ਨੇ ਜਿਹੜਾ ਹੈ ਉਹ ਨੰਦ ਦੇ ਘਰ ਦੇ ਵਿੱਚ ਜਨਮ ਲਿਆ ਤੇ ਉਹ ਨੰਦ ਦਾ ਪੁੱਤਰ ਜਿਹੜਾ ਸੀ ਉਹ ਅਖਲਵਾਇਆ। ਤੇ ਭਗਤ ਕਬੀਰ ਜੀ ਫਿਰ ਅੱਗੇ ਸਵਾਲ ਕਰਦੇ ਨੇ, ਉਹ ਰਹਾਉ ਵਾਲਾ ਬੰਦ ਆਪਾਂ ਵਿਚਾਰ ਲਿਆ ਹੈ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਵੀ ਜੇ ਤੁਸੀਂ ਉਸ ਨੰਦ ਦੇ ਪੁੱਤਰ ਨੂੰ ਕ੍ਰਿਸ਼ਨ ਕਹਿੰਦੇ ਹੋ, ਭਗਵਾਨ ਕਹਿੰਦੇ ਹੋ, ਤੇ ਫਿਰ ਉਸ ਨੰਦ ਦਾ ਪਿਤਾ ਜਿਹੜਾ ਸੀ ਉਹ ਕੌਣ ਸੀਗਾ, ਉਹਦੇ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ। ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਵੀ ਜਦੋਂ ਧਰਤੀ ਆਕਾਸ਼ ਦਸੋਂ ਦਿਸ਼ਾਵਾਂ ਜਿਹੜੀਆਂ ਸਨ ਉਹ ਨਹੀਂ ਸਨ, ਉਸ ਵਕਤ ਉਹ ਨੰਦ ਜਿਹੜਾ ਸੀ ਉਹ ਕਿੱਥੇ ਸੀ। ਕਿਉਂਕਿ ਉਹਨਾਂ ਦੀ ਮਨੌਤ ਦੇ ਅਨੁਸਾਰ ਜੋ ਉਹ ਕਹਿੰਦੇ ਨੇ ਵੀ ਭਗਵਾਨ ਜਿਹੜਾ ਹੈ ਉਹ ਨੰਦ ਦੇ ਘਰ ਦੇ ਵਿੱਚ ਪੈਦਾ ਹੋਇਆ ਤੇ ਉਹ ਨੰਦ ਵੀ ਫਿਰ ਭਗਵਾਨ ਹੋਇਆ। ਤੇ ਉਹ ਨੰਦ ਜਿਹੜਾ ਹੈ ਉਹ ਜੇ ਭਗਵਾਨ ਹੈ ਤੇ ਫਿਰ ਉਹ ਕਦੋਂ ਕਿੱਥੇ ਸੀ ਜਦੋਂ ਧਰਤੀ ਤੇ ਆਕਾਸ਼ ਜਿਹੜਾ ਸੀ ਉਹ ਨਹੀਂ ਸਨ। ਤੇ ਭਗਤ ਕਬੀਰ ਜੀ ਫਿਰ ਅਖੀਰਲੇ ਬੰਦ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਸੰਕਟ ਨਹੀਂ ਪਰੈ। ਉਹ ਸੰਕਟ ਭਾਵ ਦੁੱਖ ਦੇ ਵਿੱਚ ਨਹੀਂ ਪੈਂਦਾ। ਸੰਕਟ ਨਹੀਂ ਪਰੈ ਜੋਨ ਨਹੀਂ ਆਵੈ। ਉਹ ਜੂਨਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਆਉਂਦਾ। ਨਾਮ ਨਿਰੰਜਨ ਜਾਕੋ ਰੇ। ਭਗਤ ਕਬੀਰ ਜੀ ਕਹਿੰਦੇ ਨੇ ਉਹਦਾ ਨਾਮ ਜਿਹੜਾ ਹੈ ਨਿਰੰਜਨ, ਭਾਵ ਉਹ ਕਾਲਕ ਤੋਂ ਰਹਿਤ ਹੈ। ਵਿਕਾਰਾਂ ਦੀ ਕਾਲਖ ਜਿਹੜੀ ਹੈ ਉਹਨੂੰ ਜੇ ਨਹੀਂ ਲੱਗਦੀ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੋਰਠ ਰਾਗ ਦੇ ਅੰਦਰ ਕਹਿੰਦੇ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਅਜੂਨੀ ਹੈ। ਹੁਣ ਭਗਤ ਕਬੀਰ ਜੀ ਇੱਥੇ ਗੁਰਮਤਿ ਦਾ ਸਿਧਾਂਤ ਜਿਹੜਾ ਹੈ ਉਹ ਦਿੰਦੇ ਨੇ ਪਰਮੇਸ਼ਰ ਦੇ ਸੰਬੰਧ ਦੇ ਵਿੱਚ। ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਸੰਕਟ ਨਹੀਂ ਪਰੈ, ਜੋਨ ਨਹੀਂ ਆਵੇ, ਜੂਨਾਂ ਦੇ ਦੁੱਖ ਦੇ ਵਿੱਚ ਨਹੀਂ ਪੈਂਦਾ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਸੋਰਠ ਰਾਗ ਦੇ ਵਿੱਚ ਕਹਿੰਦੇ ਨੇ, ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘਟ ਪੀਥਰ ਦੇਖ ਮੁਰਾਰੀ ਜੀਓ, ਜਨਮ ਮਰਨ ਕੋ ਇਹ ਜਗ ਬਪੜੋ, ਇਨ ਦੂਜੇ ਭਗਤ ਵਸਾਰੀ ਜੀਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਸੋ ਬ੍ਰਹਮ ਅਜੂਨੀ, ਉਹ ਅਜੂਨੀ ਹੈ। ਜਦੋਂ ਅਸੀਂ ਮੂਲ ਮੰਤਰ ਵੀ ਪੜ੍ਹਦੇ ਹਾਂ ਤੇ ਮੂਲ ਮੰਤਰ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਜੋ ਪਰਮੇਸ਼ਰ ਦੇ ਬਾਕੀ ਗੁਣ ਸਾਡੇ ਸਨਮੁਖ ਰੱਖੇ ਨੇ, ਉੱਥੇ ਪਰਮੇਸ਼ਰ ਦਾ ਇਹ ਵੀ ਗੁਣ ਰੱਖਿਆ ਹੈ ਵੀ ਉਹ ਅਜੂਨੀ ਹੈ, ਭਾਵ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੋ ਬ੍ਰਹਮ ਅਜੂਨੀ ਹੈ ਪੀ ਹੋਨੀ, ਉਹ ਹੁਣ ਵੀ ਹੈ ਪਰਮੇਸ਼ਰ। ਘਟ ਭੀਤਰ ਦੇਖ ਮੁਰਾਰੀ ਜੀਓ, ਉਹ ਹਰੇਕ ਜਗ੍ਹਾ ਦੇ ਉੱਤੇ ਵਸਿਆ ਹੋਇਆ ਵੀ ਹੈ। ਤੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਨਮ ਮਰਨ ਕੋ ਇਹ ਜਗ ਬਪੜੋ, ਪਰੰਤੂ ਜਿਹੜਾ ਇਹ ਸੰਸਾਰ ਹੈ ਨਾ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਚੱਲਦਾ ਹੈ। ਜਨਮ ਮਰਨ ਕੋ ਇਹ ਜਗ ਬਪੜੋ, ਇਨ ਦੂਜੇ ਭਗਤ ਵਸਾਰੀ ਜੀਓ। ਇਹ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਕਿਉਂ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹਨੇ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਉਹ ਛੱਡ ਦਿੱਤੀ, ਪਰਮੇਸ਼ਰ ਨੂੰ ਆਰਾਧਨਾ ਜਿਹੜਾ ਹੈ ਉਹ ਛੱਡ ਦਿੱਤਾ। ਤਾਂ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਸੰਸਾਰ ਜਿਹੜਾ ਹੈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਰਹਿੰਦਾ ਹੈ ਤੇ ਇਹਦਾ ਜਨਮ ਮਰਨ ਚੱਕਰ ਉਨੀ ਦੇਰ ਤੱਕ ਚੱਲਦਾ ਹੈ ਜਿੰਨੀ ਦੇਰ ਤੱਕ ਇਹ ਪਰਮੇਸ਼ਰ ਦੀ ਇਬਾਦਤ ਨਹੀਂ ਕਰਦਾ।
ਜਦੋਂ ਇਹ ਪਰਮੇਸ਼ਰ ਦੀ ਇਬਾਦਤ ਕਰਦਾ ਹੈ, ਚੰਗੇ ਕਰਮ ਕਰਦਾ ਹੈ, ਤੇ ਇਹਦਾ ਜਨਮ ਮਰਨ ਦਾ ਚੱਕਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਨੁੱਖਤਾ ਨੂੰ ਸਮਝਾਉਂਦਿਆਂ ਹੋਇਆਂ ਇਹ ਗੱਲ ਸਾਡੇ ਸਨਮੁਖ ਰੱਖਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਪਰਮੇਸ਼ਰ ਨੂੰ ਹੀ ਅਵਤਾਰ ਮੰਨ ਕੇ, ਪਰਮੇਸ਼ਰ ਜਿਹੜਾ ਹੈ ਉਹ ਜੂਨਾਂ ਦੇ ਵਿੱਚ ਆਉਣ ਕਰਕੇ ਉਹ ਲੋਕ ਮੰਨਦੇ ਨੇ ਤੇ ਉਹਨੂੰ ਖਿਲਾਉਂਦੇ ਨੇ ਵੀ, ਕਿਉਂਕਿ ਜਦੋਂ ਕ੍ਰਿਸ਼ਨ ਭਗਤ ਕ੍ਰਿਸ਼ਨ ਦੀ ਜਨਮ ਦਿਨ ਹੁੰਦਾ ਹੈ ਤੇ ਉਸ ਵਕਤ ਉਹਨੂੰ ਪੰਘੂੜੇ ਦੇ ਵਿੱਚ ਪਾ ਕੇ ਉਹਨੂੰ ਲੋਰੀ ਦਿੰਦੇ ਨੇ, ਉਹਨੂੰ ਸਲਾਉਂਦੇ ਨੇ, ਉਹਨੂੰ ਚੁੱਪ ਕਰਾਉਂਦੇ ਨੇ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਭੈਰੋ ਰਾਗ ਦੇ ਅੰਦਰ ਉਹਨਾਂ ਦੇ ਇਸ ਗੱਲ ਨੂੰ ਵੀ ਕੱਟਦਿਆਂ ਹੋਇਆਂ ਸਾਡੇ ਸਨਮੁਖ ਸਿਧਾਂਤ ਰੱਖਦੇ ਨੇ। ਸਾਹਿਬ ਕਹਿੰਦੇ ਨੇ ਸਗਲ ਅਪਰਾਧ ਦੇ ਲਰੋਨੀ, ਵੀ ਸਭ ਤੋਂ ਵੱਡਾ ਅਪਰਾਧ ਜਿਹੜਾ ਜੀਵ ਕਰਦਾ ਹੈ ਉਹ ਇਹ ਕਰਦਾ ਹੈ ਕਿ ਉਹ ਭਗਵਾਨ ਨੂੰ ਪੰਘੂੜੇ ਦੇ ਵਿੱਚ ਪਾ ਕੇ ਲੋਰੀ ਦਿੰਦਾ ਹੈ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਮੁਖ ਜਿਹੜਾ ਹੈ ਜਲ ਕਿਉਂ ਨਹੀਂ ਜਾਂਦਾ, ਜਿਹੜਾ ਮੁਖ ਇਹ ਗੱਲ ਕਹਿੰਦਾ ਹੈ ਵੀ ਉਹ ਪਰਮੇਸ਼ਰ ਜੂਨਾਂ ਦੇ ਵਿੱਚ ਆਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਦਾਸੀਆਂ ਦੇ ਰੂਪ ਦੇ ਵਿੱਚ ਗਏ ਨੇ ਤੇ ਉਸ ਵਕਤ ਵੀ ਸਤਿਗੁਰੂ ਮਹਾਰਾਜ ਨੂੰ ਇਹੋ ਜਿਹੇ ਮਨੁੱਖ ਮਿਲੇ ਨੇ ਜਿਹੜੇ ਮਨੁੱਖ ਉਸ ਵਕਤ ਭਗਵਾਨ ਨੂੰ ਪੰਘੂੜੇ ਦੇ ਵਿੱਚ ਪਾ ਕੇ, ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਕੇ ਉਹ ਮੰਨਦੇ ਸਨ ਵੀ ਭਗਵਾਨ ਹੈ, ਤੇ ਪਰਤ ਕੇ ਉਹਨੂੰ ਪੰਘੂੜੇ ਦੇ ਵਿੱਚ ਲੋਰੀ ਦਿੰਦੇ ਸਨ, ਉਹਨੂੰ ਚੁੱਪ ਕਰਾਉਂਦੇ ਸਨ। ਸਤਿਗੁਰੂ ਮਹਾਰਾਜ ਨੇ ਉਹਨਾਂ ਨੇ ਇਸ ਗੱਲ ਦਾ ਖੰਡਨ ਕਰਕੇ ਸਾਡੇ ਸਨਮੁਖ ਇਹ ਸਿਧਾਂਤ ਰੱਖਿਆ ਵੀ ਉਹ ਪਰਮੇਸ਼ਰ ਜਨਮਦਾ ਤੇ ਮਰਦਾ ਨਹੀਂ ਹੈ। ਜਨਮ ਨਾ ਮਰੈ ਨਾ ਆਵੇ ਨਾ ਜਾਏ, ਉਹ ਪਰਮੇਸ਼ਰ ਨਾ ਜਨਮਦਾ ਹੈ, ਨਾ ਉਹ ਮਰਦਾ ਹੈ, ਨਾ ਉਹ ਆਉਂਦਾ ਹੈ ਤੇ ਨਾ ਉਹ ਜਾਂਦਾ ਹੈ। ਨਾਨਕ ਕਾ ਪ੍ਰਭ ਰਹਿਓ ਸਮਾਏ, ਉਹ ਪਰਮੇਸ਼ਰ ਫਿਰ ਉਹਦੀ ਖਾਸੀਅਤ ਵੀ ਹੈ ਵੀ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ। ਉਹ ਨਾ ਮਰਦਾ ਹੈ, ਨਾ ਜਨਮ ਲੈਂਦਾ ਹੈ, ਨਾ ਆਉਂਦਾ ਹੈ ਤੇ ਨਾ ਉਹ ਜਾਂਦਾ ਹੈ, ਭਾਵ ਉਹ ਜੂਨਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਆਉਂਦਾ। ਤੇ ਸਤਿਗੁਰੂ ਮਹਾਰਾਜ ਇਹ ਵੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿੱਥੇ ਉਹ ਪਰਮੇਸ਼ਰ ਆਪ ਜਿਹੜਾ ਹੈ ਜਨਮਦਾ ਤੇ ਮਰਦਾ ਨਹੀਂ ਹੈ, ਆਉਂਦਾ ਤੇ ਜਾਂਦਾ ਨਹੀਂ ਹੈ, ਤੇ ਜੇ ਮਨੁੱਖ ਜਿਹੜਾ ਹੈ ਉਸ ਪਰਮੇਸ਼ਰ ਦੀ ਇਬਾਦਤ ਕਰੇਗਾ ਤੇ ਉਹ ਵੀ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਨਿਕਲ ਜਾਏਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜਿਸ ਸਿਮਰਤ ਸੰਕਟ ਛੁਟੈ ਆਨੰਦ ਮੰਗਲ ਬਿਸ਼ਰਾਮ, ਭਾਵ ਇਸ ਸੰਕਟ ਜਿਹੜਾ ਮਨੁੱਖ ਦਾ ਜਨਮ ਤੇ ਮਰਨ ਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਭਾਵ ਪਰਮੇਸ਼ਰ ਦੇ ਨਾਲੋਂ ਟੁੱਟਣ ਦਾ ਵੀ ਇੱਕ ਬੜਾ ਵੱਡਾ ਵਿਛੋੜਾ ਹੈ, ਦੁੱਖ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਦੁੱਖ ਨੂੰ ਖਤਮ ਕੀਤਾ ਜਾ ਸਕਦਾ ਹੈ ਉਹ ਪਰਮੇਸ਼ਰ ਦੀ ਇਬਾਦਤ ਦੇ ਨਾਲ। ਜਿਸ ਸਿਮਰਤ ਸੰਕਟ ਛੁਟੈ ਆਨੰਦ ਮੰਗਲ ਬਿਸ਼ਰਾਮ, ਨਾਨਕ ਜਪੀਏ ਸਦਾ ਹਰ ਨਿਮਖ ਨਾ ਬਿਸਰੋ ਨਾਮ। ਨਿਮਖ ਭਾਵ ਥੋੜੇ ਜਿਹੇ ਸਮੇਂ ਦੇ ਵਿੱਚ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਵਿਸਰਨਾ ਨਹੀਂ ਜੇ ਚਾਹੀਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੰਮਣ ਮਰਨ ਵੱਡਾ ਵਿਛੋੜਾ ਬਿਨਸੇ ਜਗ ਸਬਾਏ, ਤੇ ਜੰਮਣ ਤੇ ਮਰਨਾ ਜਿਹੜਾ ਹੈ ਇੱਕ ਬੜਾ ਵੱਡਾ ਵਿਛੋੜਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹਨਾਂ ਦਾ ਜਨਮ ਮਰਨਾ ਖਤਮ ਹੋ ਜਾਵੇਗਾ ਜਿਹੜੇ ਮਾਲਕ ਦੇ ਨਾਲ ਜੁੜ ਜਾਵਣਗੇ। ਤਾਂ ਜੰਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੈ, ਉਹਨਾਂ ਦਾ ਜਨਮ ਤੇ ਮਰਨਾ ਖਤਮ ਹੋ ਜਾਏਗਾ ਜੋ ਹਰੀ ਦੇ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ। ਸਤਿਗੁਰੂ ਮਹਾਰਾਜ ਪਾਵਨ ਬਚਨਾਂ ਦੇ ਵਿੱਚ ਸਾਨੂੰ ਇਹ ਸਮਝਾਉਣਾ ਕਰਦੇ ਨੇ ਵੀ ਜਿਹੜੀ ਰੱਬ ਦੀ ਇਬਾਦਤ ਕਰਦੇ ਨੇ, ਕਿਉਂਕਿ ਉਹ ਪਰਮੇਸ਼ਰ ਆਪ ਜੂਨਾਂ ਦੇ ਵਿੱਚ ਨਹੀਂ ਆਉਂਦਾ ਤੇ ਜਨਮ ਮਰਨ ਦੇ ਦੁੱਖ ਵੀ ਉਹਨੂੰ ਨਹੀਂ ਜੇ ਪ੍ਰਾਪਤ ਹੁੰਦੇ, ਤੇ ਜੀਵ ਵੀ ਉਹਦੇ ਨਾਲ ਜੁੜ ਕੇ ਜਨਮ ਮਰਨ ਦੇ ਦੁੱਖ ਤੋਂ ਖਤਮ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਭ ਨਿਧਾਨ ਘਰ ਜਿਸ ਦੇ ਹਰ ਕਰੇ ਸੋ ਹੋਵੈ, ਜਪ ਜਪ ਜੀਵੇ ਸੰਤ ਜਨ ਪਾਪਾ ਮਲ ਧੋਵੈ, ਚਰਨ ਕਮਲ ਹਿਰਦੇ ਵਸੇ ਸੰਕਟ ਸਭ ਖੋਵੈ, ਗੁਰ ਪੂਰਾ ਜਿਸ ਭੇਟੀਏ ਮਰ ਜਨਮ ਨਾ ਰੋਵੈ, ਪ੍ਰਭ ਦਰਸ ਪਿਆਸ ਨਾਨਕ ਘੜੀ ਕਿਰਪਾ ਕਰ ਦੇਵੈ। ਉਹ ਪਰਮੇਸ਼ਰ ਜਿਹਦੇ ਉੱਤੇ ਕਿਰਪਾ ਕਰ ਦੇਵੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਪਾਂ ਦੇ ਮੈਲ ਜਿਹੜੀ ਹੈ ਉਹ ਪਰਮੇਸ਼ਰ ਨੂੰ ਜਪਦਿਆਂ ਹੋਇਆਂ
खत्म हो जाती है। ते सतगुरु महाराज कहते ने चरण कमल हिरदे वसे। गुरु का शब्द जो हिरदे विच वस जाता है, संकट सब खूबे। सारे तरह दी मुसीबतां, सारे तरह के दुख जिहड़े ने वो खत्म हो जाते ने जिन्हां नूं गुरु पूरा मिल जाता है। गुर पूरा जिस भेटी है, जिन्हों पूरा गुरु मिल जाता है, मर जन्म ना रोवै। फिर वो जन्म ते मरण का रोना जिहड़ा है उहदा खत्म हो जाता है। उहदा जन्म मरना जिहड़ा है वो कटिया जाता है। भगत रविदास जी भी बड़िया प्यारियां उदाहरणा दे के सानू ये समझाउणा करते ने भी उन्हां दा जन्म का दुख जिहड़ा है कटिया जाता है जिहड़े हरि दे नाम नूं जपदे ने। भगत रविदास जी कहते ने आसा राग दे अंदर, हर 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 हरे हर सिमरत जन गए निस्तर तरे। कहते ने भी हरि दे नाम नूं बार 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 आराधदियां जपदियां, कहते ने हर सिमरत जन गए निस्तर तरे, वो भी तर गए। फिर भगत रविदास जी सानू ये भी समझाउणा करते ने भी ये गल केवल कहण कहाउण तक नहीं है। फिर उदाहरणा दे के साडे सन्मुख रखते ने भी कौन कौन उस मालक दे नाम नूं जपण दे नाल तर गए। कहते ने हर के नाम कबीर उजागर। हरि दे नाम नूं जपदियां, हरि दे नाम नूं वार वार ध्याउंदियां कबीर जिहड़े सन वो उजागर हो गए, उगे हो गए, प्रसिद्ध हो गए। जन्म जन्म के काटे कागर, उन्हां दे जन्म जन्मना दे जिहड़े पाप कर्म जिहड़े सन वो कटे गए। फिर अगली उदाहरण दिंदे ने, कहंदे निमित नाम दिओ दूध पियाया, तो जग जन्म संकट नहीं आया। भगत नामदेव जी उन्होंने भी आराधना की ते उन्हां दा भी इस जग दे विचों मरण दा संकट जिहड़ा सी वो कटिया गया। तो जग जन्म संकट नहीं आया। ते फिर कहंदे ने जन रविदास राम रगराता, इउं गुर प्रसाद नरक नहीं जाता। भी इस तरह उस परमेश्वर दे नाल जुड़िया होया, उहदे रंग विच रतिया होया गुरु की किरपा दे नाल मनुख जिहड़ा है वो नरकां दे विच नहीं पैंदा। और इत्थे गुरबाणी दे अंदर नरक ते स्वर्ग जिहड़ा साडे गवांढी मत है, सनातनी मत है, उस नरक ते स्वर्ग नूं नहीं मन्निया। जे जिथे नरक ते स्वर्ग की गल हुई है उत्थे सतगुरु महाराज ने जम्मण मरना जिहड़ा है वो नरक मन्निया है। ते परमेश्वर दे नाल एक मिकता होनी, परमेश्वर दे नाल लवलीन हो जाना, उस नूं स्वर्ग वो सिद्धांत जिहड़ा है साडे सन्मुख रखिया है। ते भगत कबीर जी कहंदे ने संकट नहीं परै जोन नहीं आवे। भी वो जन्म मरण दे संकट विच परमेश्वर जिहड़ा है वो नहीं आउंदा ते जूना दे विच जिहड़ा है वो परमेश्वर नहीं आउंदा। ते नाल सतगुरु महाराज पावन बाणी दे विच कहंदे ने नाम निरंजन जाको रे। वो परमेश्वर जिहड़ा है ਉਹਦਾ नाम निरंजन है। ते धन गुरु गुरु रामदास महाराज सानू सोदर दी बाणी दे विच जो सो पुरख सरलेख है ਉਹਦੇ ਵਿੱਚ ਵੀ सतगुरु महाराज पहली तुक ਦੇ ਵਿੱਚ ही साडे सन्मुख ये सिद्धांत जिहड़ा है बख्शिश करते ने कि वो परमेश्वर जिहड़ा है वो निरंजन है, कालक रहत है। कालक विकारां दी जिहड़ी है वो परमेश्वर नूं जिहड़ी है वो नहीं लगी हुई। बाकी जितने भी जीव ने, जितने भी संसार दे अंदर मनुख ने, उन्हां दे अंदर विकार ने, परंतु वो परमेश्वर जिहड़ा है वो विकारां तो रहत है। सतगुरु महाराज कहंदे ने सो पुरख निरंजन, हर पुरख निरंजन, हर अगम्मा अगम अपारा। वो परमेश्वर जिहड़ा है जिथे सारियां जगह दे उत्ते रमिया होया है, सारियां दे विच वसदा होया है। क्योंकि इस पावन बचन दे अंदर जो धन गुरु गुरु रामदास महाराज दा सुपुरख सरलेख हेठ है, ਉਹਦੇ ਵਿੱਚ सतगुरु महाराज ने उस परमेश्वर ਦੇ ਸਾਰੇ गुण ਜਿਹੜੇ ਨੇ ਉਹ ਦੱਸੇ ਨੇ ਕਿ ਉਹ परमेश्वर ਜਿਹੜਾ ਹੈ ਉਹ ਸਭ ਨੂੰ ਦਾਤਾਂ ਵੀ ਦੇਣ ਵਾਲਾ ਹੈ। ਉਹ परमेश्वर ਜਿਹੜਾ ਹੈ ਸਭ ਨੂੰ ਨਿਵਾਜਣ ਵਾਲਾ ਹੈ। ਉਹਦਾ ਨਾਮ ਜਪਿਆ ਮਨੁੱਖ ਨਿਰਭਉ ਵੀ ਹੋ ਸਕਦਾ ਹੈ। ਇਹ ਪੂਰਾ ਸਮੁੱਚੇ ਸ਼ਬਦ ਦੇ ਅੰਦਰ
ਜਿੱਥੇ ਪਰਮੇਸ਼ਰ ਦੇ ਗੁਣ ਸਾਨੂੰ ਦੱਸੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਉੱਥੇ ਨਾਲ ਨਾਲ ਇਹ ਵੀ ਪ੍ਰੇਰਨਾ ਦਿੱਤੀ ਹੈ ਵੀ ਜਿਹੜਾ ਪਰਮੇਸ਼ਰ ਨੂੰ ਜਪਦਾ ਹੈ ਤੇ ਪਰਮੇਸ਼ਰ ਦੇ ਜਪਣ ਦੇ ਨਾਲ ਉਹਦੇ ਅੰਦਰ ਪਰਮੇਸ਼ਰ ਵਾਲੇ ਗੁਣ ਜਿਹੜੇ ਨੇ ਉਹ ਆ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਪਰਮੇਸ਼ਰ ਨਿਰਅੰਜਨ ਭਾਵ ਕਾਲਖ ਰਹਿਤ ਹੈ, ਉਹਨੂੰ ਕਾਲਖ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਉਸ ਪਰਮੇਸ਼ਰ ਨੂੰ ਜਪ ਲੈਂਦਾ ਹੈ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਵੀ ਸਤਿਗੁਰੂ ਮਹਾਰਾਜ ਸਾਨੂੰ ਆਖਦੇ ਨੇ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕੋ ਮਾਨ ਕੌਣ ਅਭਿਮਾਨ। ਵੀ ਉਹ ਪਰਮੇਸ਼ਰ ਨਿਰਮਲ ਹੈ, ਸਾਰੀਆਂ ਜਗ੍ਹਾ ਦੇ ਉੱਤੇ ਜਿੱਥੇ ਉਹ ਰਮਿਆ ਹੋਇਆ ਹੈ ਉਹ ਮੈਲ ਤੋਂ ਰਹਿਤ ਹੈ। ਤੇ ਉਸ ਪਰਮੇਸ਼ਰ ਦੀ ਤੁਸੀਂ ਮੈਲ ਕੀ ਧੋਵੋਗੇ? ਉਹ ਪਰਮੇਸ਼ਰ ਨਿਰਅੰਜਨ ਭਾਵ ਕਾਲਖ ਰਹਿਤ ਹੈ, ਉਹ ਨਿਰਆਕਾਰ ਹੈ, ਨਿਰੰਕਾਰ ਭਾਵ ਨਿਰਆਕਾਰ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨੂੰ ਮਾਨ ਅਭਿਮਾਨ ਜਿਹੜਾ ਹੈ ਉਹ ਵੀ ਨਹੀਂ ਹੈ। ਉਹ ਪਰਮੇਸ਼ਰ ਨੂੰ ਮਾਨ ਤੇ ਅਭਿਮਾਨ ਨਹੀਂ ਹੈ। ਭਾਵ ਕਹਿਣ ਦਾ ਸਤਿਗੁਰੂ ਮਹਾਰਾਜ ਦਾ ਵੀ ਉਸ ਪਰਮੇਸ਼ਰ ਦੇ ਵਿੱਚ ਕੋਈ ਵੀ ਵਿਕਾਰ ਜਿਹੜਾ ਹੈ ਨਹੀਂ ਹੈ, ਉਹ ਨਿਰੰਜਨ ਹੈ, ਭਾਵ ਨਿਰਅੰਜਨ ਹੈ, ਕਾਲਖ ਤੋਂ ਰਹਿਤ ਹੈ। ਤੇ ਭਗਤ ਕਬੀਰ ਜੀ ਆਖਰੀ ਤੁਖ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ, ਕਬੀਰ ਕੋ ਸੁਆਮੀ ਐਸੋ ਠਾਕੁਰ, ਜਾਕੇ ਮਾਈ ਨਾ ਬਾਪੋਰੇ। ਭਗਤ ਕਬੀਰ ਜੀ ਕਹਿੰਦੇ ਨੇ ਵੀ ਮੇਰਾ ਪਰਮੇਸ਼ਰ, ਮੇਰਾ ਸੁਆਮੀ, ਮੇਰਾ ਠਾਕੁਰ ਇਹੋ ਜਿਹਾ ਹੈ ਜਿਹਦੇ ਨਾ ਮਾਈ ਹੈ, ਨਾ ਮਾਂ ਹੈ ਤੇ ਨਾ ਬਾਪ ਹੈ। ਭਗਤ ਕਬੀਰ ਜੀ ਇੱਥੇ ਮੂਲ ਮੰਤਰ ਦਾ ਅਖੀਰਲਾ ਜੋ ਗੁਣ ਸਹਿ ਭੰਗ, ਉਹਦੀ ਵਿਆਖਿਆ ਫਿਰ ਸਤਿਗੁਰੂ ਜਿਹੜੇ ਸਾਡੇ ਸਨਮੁਖ ਰੱਖਦੇ ਨੇ ਵੀ ਉਹ ਸਹਿ ਭੰਗ ਭਾਵ ਉਹਦਾ ਪ੍ਰਕਾਸ਼ ਜਿਹੜਾ ਹੈ ਉਹ ਆਪਣੇ ਆਪ ਤੋਂ ਹੈ। ਕਬੀਰ ਦਾ ਸੁਆਮੀ ਜਿਹੜਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹਦਾ ਕੋਈ ਮਾਂ ਤੇ ਬਾਪ ਜਿਹੜਾ ਹੈ ਉਹ ਨਹੀਂ ਹੈ। ਨਹੀਂ ਤੇ ਬਾਕੀ ਸੰਸਾਰ ਦੇ ਅੰਦਰ ਜਿਤਨੇ ਵੀ ਕਾਇਨਾਤ ਹੈ, ਜਿਹੜਾ ਪਸਾਰਾ ਪਰਮੇਸ਼ਰ ਨੇ ਪਸਾਰਿਆ ਹੋਇਆ ਹੈ, ਉਹ ਭਾਵੇਂ ਮਨੁੱਖ ਹੈ, ਭਾਵੇਂ ਪਸ਼ੂ ਪੰਛੀ ਨੇ, ਭਾਵੇਂ ਕੁਝ ਵੀ ਹੈ, ਉਹ ਜੀਵ ਪੈਦਾ ਹੁੰਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜੇਕਰ ਉਹ ਮਾਂ ਤੇ ਬਾਪ ਨਾ ਹੋਵਣ ਤੇ ਜੀਵ ਸੰਸਾਰ ਦੇ ਵਿੱਚ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਏ ਨਾ ਹੋਤੀ, ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਜੇ ਮਾਂ ਤੇ ਬਾਪ ਨਾ ਹੋਵੇ ਤੇ ਫਿਰ ਇਹ ਕਾਇਆ ਸਰੀਰ ਜਿਹੜਾ ਹੈ ਉਹ ਨਹੀਂ ਪੈਦਾ ਹੁੰਦਾ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਗੌੜੀ ਰਾਗ ਦੇ ਅੰਦਰ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਸਾਡੀ ਅਗਵਾਈ ਕਰਦੇ ਨੇ। ਉਹ ਕਹਿੰਦੇ ਨੇ ਕਿ ਐ ਮੂਰਖ ਮਨ, ਤੂੰ ਮਾਇਆ ਦੇ ਅਧੀਨ ਹੋ ਕੇ ਭਾਵ ਸੁਪਨੇ ਦੇ ਵਿੱਚ ਕਿਉਂ ਬਰਲਾਉਂਦਾ ਹੈ, ਜਦ ਕਿ ਉਸ ਮਾਲਕ ਦੇ ਹੁਕਮ ਦੇ ਅਨੁਸਾਰ ਤੂੰ ਸੰਸਾਰ ਦੇ ਵਿੱਚ ਆਉਂਦਾ ਹਾਂ। ਤੇ ਉਹ ਆਉਣ ਦਾ ਜਿਹੜਾ ਤੇਰਾ ਸੰਬੰਧ ਬਣਦਾ ਹੈ, ਸੰਯੋਗ ਬਣਦਾ ਹੈ, ਉਹ ਮਾਂ ਤੇ ਬਾਪ ਦੇ ਰਾਹੀਂ ਜਿਹੜਾ ਹੈ ਉਹ ਬਣਦਾ ਹੈ। ਤੇ ਸਤਿਗੁਰੂ ਮਹਾਰਾਜ ਤੇ ਕਹਿੰਦੇ ਨੇ ਮਾਏ ਨਾ ਹੋਤੀ, ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਣ ਕਹਾਂ ਤੇ ਆਇਆ। ਜੇ ਮਾਂ ਬਾਪ ਨਾ ਹੁੰਦੇ ਤੇ ਕਾਇਆ ਇਹ ਜਿਹੜੀ ਆ ਉਹ ਨਹੀਂ ਬਣਨੀ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਫਿਰ ਇਸ ਸੰਸਾਰ ਦਾ ਜਿਹੜੀ ਉਤਪਤੀ ਹੈ ਉਹਦਾ ਵੀ ਸਾਡੇ ਸਨਮੁਖ ਰੱਖਦੇ ਨੇ ਵੀ ਇਹ ਉਤਪਤੀ ਕਿਵੇਂ ਹੁੰਦੀ ਹੈ। ਅਸੀਂ ਅਨੇਕਾਂ ਵਾਰ ਗੁਰਬਾਣੀ ਦੇ ਅੰਦਰ ਇਹ ਪੜ੍ਹਦੇ ਹਾਂ ਕਿ ਉਹ ਪਰਮੇਸ਼ਰ ਨੇ ਚਾਰ ਖਾਣੀਆਂ ਬਣਾ ਕਰਕੇ ਤੇ ਇਸ ਸੰਸਾਰ ਦੀ ਉਤਪਤੀ ਦਾ ਰਾਹ ਜਿਹੜਾ ਹੈ ਉਹ ਚਲਾਇਆ ਹੋਇਆ ਹੈ। ਉਹ ਹੈ ਅੰਡਜ, ਜੇਰਜ, ਸੇਤਜ ਤੇ ਉਤਪੁਜ। ਅੰਡਜ ਦਾ ਮਤਲਬ ਹੁੰਦਾ ਵੀ ਅੰਡਿਆਂ ਤੋਂ ਜਿਹੜੇ ਜੀਵ ਪੈਦਾ ਹੁੰਦੇ ਨੇ। ਜੇਰਜ ਦਾ ਮਤਲਬ ਹੁੰਦਾ ਵੀ ਜਿਹੜੇ ਜੀਵ ਜੇਰ ਤੋਂ ਪੈਦਾ ਹੁੰਦੇ ਨੇ। ਸੇਤਜ ਦਾ ਮਤਲਬ ਹੁੰਦਾ ਵੀ ਜਿਹੜੇ ਜੀਵ ਮੁੜਕੇ ਤੋਂ ਪੈਦਾ ਹੁੰਦੇ ਨੇ। ਤੇ ਉਤਪੁਜ ਦਾ ਮਤਲਬ ਹੁੰਦਾ ਵੀ ਜਿਹੜੇ ਧਰਤੀ ਨੂੰ ਪਾੜ ਕੇ ਥੱਲਿਓਂ ਪੈਦਾ ਹੁੰਦੀ ਹੈ, ਬਨਸਪਤੀ ਆਦਿਕ, ਉਹ ਉਤਪੁਜ ਦੇ ਰਾਹੀਂ ਪੈਦਾ ਹੁੰਦੀ ਹੈ। ਤੇ ਇਸ ਤਰ੍ਹਾਂ ਇਹ ਸਾਰਾ ਸੰਸਾਰ ਦੀ ਕਾਰ ਜਿਹੜੀ ਹੈ ਉਹ ਚੱਲਦੀ ਹੈ। ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੰਡਜ, ਜੇਰਜ, ਉਤਪੁਜ, ਸੇਤਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ,
तू सबना माहे रवंता। सतगुरु महाराज कहते ने भी तू सारिया जीवां नू पैदा करके परत के तू उन्हां दे विच जिहड़ा है वो रविया होया है, तू वसिया होया है। ते सतगुरु महाराज पावन बाणी दी एक जगह होर सानू समझाउणा करदे ने, अंडज जेरज सेतज उत्पज सब वर्ण रूप जी जंत उपैया। भी इन्हां चार खाणियां तो जिहड़ा है सब वरना दे सब रूपां दे जीव जंत जिहड़े ने वो तू पैदा कीते ने, संसार दी होंद विच जिहड़े आए ने। ਜਦੋਂ ਅਸੀਂ ਚੌਪਈ ਸਾਹਿਬ ਪੜ੍ਹਦੇ ਹਾਂ ਉਹਦੇ ਵਿੱਚ ਵੀ ਸਾਨੂੰ ਸਤਿਗੁਰੂ ਮਹਾਰਾਜ ਇਹੀ ਸਮਝਾਉਣਾ ਕਰਦੇ ਨੇ, ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ। ਵੀ ਇਹਨਾਂ ਚਾਰ ਢੰਗਾਂ ਦੇ ਨਾਲ ਜਿਹੜਾ ਹੈ ਉਹ ਸੰਸਾਰ ਦੀ ਉਤਪਤੀ, ਜੀਵਾਂ ਦੀ ਉਤਪਤੀ ਉਸ ਪਰਮੇਸ਼ਰ ਨੇ ਜਿਹੜੀ ਹੈ ਉਹ ਕੀਤੀ ਹੈ। ਪਰੰਤੂ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਪਰਮੇਸ਼ਰ ਦਾ कोई मां ते कोई बाप नहीं है। कबीर को स्वामी ऐसो ठाकुर जाके माए ना बापो रे। उस कबीर दा ना कोई कबीर जी कहते ने भी उस परमेश्वर दा जिहड़ा मेरा स्वामी है उहदा ना कोई बाप है ते ना कोई मां है, क्योंकि वो परमेश्वर जिहड़ा है वो सैभंग है, उहदा प्रकाश जिहड़ा है वो अपने आप तो है, ਉਹਨੂੰ कोई पैदा करन वाला नहीं है। ਅਖੀਰ ਦੇ ਵਿੱਚ ਭਗਤ ਕਬੀਰ ਜੀ ਨੇ ਉਹਨਾਂ ਦੇ ਲੋਕਾਂ ਦੀ ਗੱਲ ਦਾ ਜਿਹੜਾ ਹੈ ਉੱਤਰ ਦਿੱਤਾ ਹੈ, ਜਿਹੜਾ ਭਗਤ ਕਬੀਰ ਜੀ ਰਹਾਉ ਵਾਲੇ ਬੰਦ ਦੇ ਵਿੱਚ ਕਹਿੰਦੇ ਨੇ ਕਿ ਉਹ ਪਰਮੇਸ਼ਰ ਜਿਹੜਾ ਹੈ ਉਹਨੂੰ ਕੋਈ ਪੈਦਾ ਨਹੀਂ ਕਰ ਸਕਦਾ। ਤੇ ਉਹ ਲੋਕ ਜਿਹੜੇ ਕਹਿੰਦੇ ਸਨ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਹਾਂ ਕੋਰੇ। ਜਿਹੜੇ ਉਹ ਲੋਕ ਕਹਿੰਦੇ ਸਨ ਵੀ ਨੰਦ ਦੇ ਘਰ ਜਿਹੜਾ ਹੈ ਉਹ ਪਰਮੇਸ਼ਰ ਭਾਵ ਕ੍ਰਿਸ਼ਨ ਨੂੰ ਅਵਤਾਰ ਮੰਨ ਕੇ, ਪਰਮੇਸ਼ਰ ਮੰਨ ਕੇ ਉਹਦੇ ਘਰ ਦੇ ਵਿੱਚ ਪੈਦਾ ਹੋਇਆ ਜਾਣ ਕਰਕੇ ਤੇ ਉਸ ਨੂੰ ਪਰਮੇਸ਼ਰ ਉਸ ਨੂੰ ਰੱਬ ਮੰਨਦੇ ਸਨ ਤੇ ਉਹਦੇ ਵੱਡੇ ਭਾਗ ਮੰਨਦੇ ਸਨ। ਆਨੰਦ ਦੇ ਭਗਤ ਕਬੀਰ ਜੀ ਨੇ ਉਹਨਾਂ ਦੀ ਇਸ ਮਨੌਤ ਦਾ ਜਿਹੜਾ ਹੈ ਉਹ ਖੰਡਨ ਕਰਕੇ ਪਹਿਲਾਂ ਸਵਾਲ ਕੀਤਾ ਤੇ ਸਵਾਲ ਕਰਨ ਤੋਂ ਬਾਅਦ ਫਿਰ ਉਹਦਾ ਉੱਤਰ ਅਖੀਰਲੇ ਬੰਦ ਦੇ ਵਿੱਚ ਕੀਤਾ ਹੈ ਵੀ ਨਹੀਂ ਭਲਿਓ ਲੋਕੋ, ਉਹ ਪਰਮੇਸ਼ਰ ਜਿਹੜਾ ਹੈ ਉਹ ਜਨਮ ਮਰਨ ਦੇ ਦੁੱਖ ਦੇ ਵਿੱਚ ਨਹੀਂ ਆਉਂਦਾ, ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਉਹ ਜਿੱਥੇ ਜੂਨਾਂ ਦੇ ਵਿੱਚ ਨਹੀਂ ਆਉਂਦਾ ਉੱਥੇ ਨਾਲ ਹੀ ਉਹ ਵਿਕਾਰਾਂ ਤੋਂ ਰਹਿਤ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੇਰਾ ਸੁਆਮੀ, ਮੇਰਾ ਪਰਮੇਸ਼ਰ ਜਿਹੜਾ ਹੈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਉਹ ਪਰਮੇਸ਼ਰ ਦਾ ਕੋਈ ਨਾ ਮਾਂ ਹੈ ਤੇ ਨਾ ਹੀ ਬਾਪ ਹੈ, ਉਹ ਪਰਮੇਸ਼ਰ ਸੈਭੰਗ ਹੈ। ਇਸ ਗੱਲ ਨੂੰ ਭਗਤ ਕਬੀਰ ਜੀ ਨੇ ਪਾਵਨ ਬਚਨ ਦੇ ਵਿੱਚ ਉਗਾੜ ਕੇ ਦੁਨੀਆ ਦੇ ਸਨਮੁਖ ਸਾਡੇ ਸਨਮੁਖ ਰੱਖਿਆ ਹੈ। ਸਤਿਗੁਰੂ ਕਿਰਪਾ ਕਰੇ ਸਾਡੇ ਮਨਾਂ ਦੇ ਵਿੱਚੋਂ ਵੀ ਇਹ ਭਰਮ ਦੂਰ ਹੋ ਜਾਵੇ ਤੇ ਅਸੀਂ ਵੀ ਇੱਕ ਨਿਰਆਕਾਰ ਤੇ ਉਸ ਨਿਰੰਜਨ ਪਰਮੇਸ਼ਰ ਨੂੰ ਸਿਮਰ ਕੇ ਉਹਦੇ ਨਾਲ ਜਿਹੜਾ ਹੈ ਇੱਕਮਿਕ ਹੋ ਸਕੀਏ। ਕਿਉਂਕਿ ਸਤਿਗੁਰੂ ਦੀ ਪਾਵਨ ਬਾਣੀ ਨੇ ਸਾਨੂੰ ਵਾਰ-ਵਾਰ ਇਹੀ ਸਮਝਾਉਣਾ ਕੀਤਾ ਵੀ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ, ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਜਿਹੜਾ ਹੈ, ਜੀਵ ਜਿਹੜਾ ਹੈ ਉਹ ਵੀ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਸਕਦਾ ਹੈ। ਸਤਿਗੁਰ ਕਿਰਪਾ ਕਰਨ। ਵਿਚਾਰਾਂ ਦੀ ਸਾਂਝ ਕਰਦੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।